फिर असी मीटिंगां शुरू कीतियां किसान नेता नाल। सारे तो पहला राजपाल साहब को असी 4-5 बंदे इकट्ठे होके गए। मैं उदों सुझाव उस वेले सुझाव उन्होंने ये दिता कि तुसी SKM नाल जुड़े रहो, तुसी अपने बंदे दे दो, बंदे जिहड़े जिन्हां तुसी एतबार करते हो वो दे दो, उन्होंने असी जोड़ के संगठन बना के अगे बना के देख सकते हैं, राजनीति वाल जा सकते हैं। जिहड़ा बई धड़ा तुहाडे चों अगे राजनीति च आया ਉਹਦੇ ਨਾਲ ਤਰੇੜਾਂ ਖੁੱਲ ਜਾਂਦੀਆਂ ਇਸ ਵਿੱਚ, ਕਿਉਂਕਿ ਦੇਖੋ ਜਿੱਤ SKM ਦੀ ਕਿਸੇ ਇੱਕ ਬੰਦੇ ਦੀ ਨਹੀਂ। ਕੈਦ ਸਾਹਿਬ ਦਿਲੋਂ ਦੁਖੀ ਸੀ ਕਿ ਇਹ ਸਾਰੇ ਜਲਦੀ ਚਲੇ ਗਏ ਕਿਉਂਕਿ MSP ਦਾ ਮੁੱਦਾ ਹਲੇ ਸੁਲਝਿਆ ਨਹੀਂ। ਰਾਜੇਵਾਲ ਸਾਹਿਬ ਇੱਕ ਪਾਸੇ ਹੋ ਗਏ, ਬਾਈ ਜਥੇਬੰਦੀਆਂ ਨਾਲ ਵੱਡੇ ਜਥੇਬੰਦੀਆਂ ਦੂਜੇ ਪਾਸੇ ਰਹਿ ਗਈਆਂ। ਉਹਦੇ 'ਚ ਵੀ ਇਹ ਲੱਗਦਾ ਹੋਰ ਤਰੇੜ ਆ ਗਈ ਕਿਉਂਕਿ ਇਹ ਜਾ ਕੇ ਆਪ 'ਚ ਜਾਣਾ ਚਾਹੁੰਦੇ ਆ। ਬਾਲ ਠਾਕਰੇ ਆਏ ਨਹੀਂ ਕਦੇ ਸਰਕਾਰ 'ਚ, ਉਹਨੇ ਮਹਾਰਾਸ਼ਟਰ ਦੀਆਂ ਸਰਕਾਰਾਂ ਚਲਾਈਆਂ, ਮਹਾਰਾਸ਼ਟਰ ਦੀਆਂ ਸਰਕਾਰਾਂ ਮੱਥਾ ਟੇਕਣ ਜਾਂਦੀਆਂ ਸੀ ਉਹਦੇ ਘਰ। ਹੋਰ ਤਰੇੜਾਂ ਆਈਆਂ ਜਿਹੜੀਆਂ ਰਾਜਪਾਲ ਸਾਹਿਬ ਦੇ 22 ਗਰੋਹਾਂ 'ਚ, ਉਹ ਇਸ ਗੱਲ ਤੇ ਆਈਆਂ ਹੋਣੀਆਂ ਕਿਉਂਕਿ ਆਪ ਦੇ ਚਿੰਨ੍ਹ ਤੇ ਜਾਣ ਜਾਂ ਆਪ ਦੇ ਅੰਦਰ ਜਾਣ 'ਚ ਬੰਦੇ ਲੱਭਣੇ ਕੀ ਮੁਸ਼ਕਿਲ ਹੈ। 117 ਬੰਦੇ ਤੁਸੀਂ ਲੱਭਣੇ ਹੋਣ, ਪਿੰਡਾਂ ਵਾਲਿਆਂ ਨੂੰ ਵੀ ਪੁੱਛ ਲਓ, ਉਹਨਾਂ ਨੂੰ ਪਤਾ ਕਿਹੜਾ ਚੰਗਾ ਬੰਦਾ ਹੈ ਇਸ ਹਲਕੇ 'ਚ। ਕਿਸਾਨ ਇੱਕ ਸਾਧਨ ਬਣ ਸਕਦੇ ਸੀ, ਪੁਲ ਬਣ ਸਕਦੇ ਸੀ ਪੰਜਾਬ ਨੂੰ 21ਵੀਂ ਸਦੀ ਨਾਲ ਜੋੜਨ ਨੂੰ ਔਰ ਅਗਲੀ ਪੀੜ੍ਹੀ ਨੂੰ ਰਾਜਨੀਤੀ ਨਾਲ ਜੋੜਨ ਨੂੰ। ਤੋ ਇਹ ਇਲੈਕਸ਼ਨ ਗਈ ਮਾਰਚ, ਹਲੇ 3 ਮਹੀਨੇ ਪਏ ਹੈ ਤੇ ਉਹ ਵਕਤ ਬਹੁਤ ਹੈ। ਜੇ ਹਲੇ ਵੀ ਇਹ ਸਮਝ ਜਾਣ ਆਹ ਕੰਮ ਨਾ ਕਰੋ। ਮੈਂ ਅੱਗੇ ਵੀ ਇਹ ਕਿਹਾ, ਮੈਂ ਕਿਹਾ ਉਹ ਘੋੜੀ ਕਿਸੇ ਦੀ, ਬਰਾਤ ਕਿਸੇ ਦੀ, ਉਹ ਦੁੱਲਾ ਬਣ ਕੇ ਉੱਥੇ ਤੁਰੇ ਫਿਰੋ, ਇਹ ਤਾਂ ਬੇਵਕੂਫੀ ਵਾਲੀ ਗੱਲ ਹੈ, ਇਹ ਤਾਂ ਕੋਈ ਸਿਆਣਪ ਦੀ ਗੱਲ ਨਹੀਂ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਪੰਜਾਬ ਦੀ ਰਾਜਨੀਤੀ ਨੂੰ ਬਹੁਤ ਲੰਬੇ ਚਿਰ ਤੋਂ ਤਿੱਖੀ ਨਜ਼ਰ ਨਾਲ ਦੇਖ ਰਹੇ ਨੇ ਸਾਬਕਾ ਰਾਜਦੂਤ KC ਸਿੰਘ। ਉਹਨਾਂ ਤੋਂ ਜਾਣਦੇ ਹਾਂ ਮੌਜੂਦਾ ਸਿਆਸੀ ਹਾਲਾਤ ਪੰਜਾਬ ਦੇ ਕੀ ਦਰਸਾਉਂਦੇ ਨੇ ਤੇ ਉਹਨਾਂ ਦੇ ਆਪ ਦੇ ਖੱਟੇ ਮਿੱਠੇ ਐਕਸਪੀਰੀਅੰਸ, ਤਜਰਬੇ ਜਿਹੜੇ ਉਹਨਾਂ ਨੇ ਮੰਚ ਬਣਾਇਆ ਸੀਗਾ ਉਹ ਕਿੱਥੇ ਖੜਾ ਹੈਗਾ, ਹੁਣ ਅੱਗੇ ਉਹ ਕੀ ਕਰਨ ਜਾ ਰਹੇ ਨੇ। ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਵਾਗਤ ਹੈ KC ਸਿੰਘ ਜੀ। ਤੁਸੀਂ ਪੰਜਾਬ ਦਾ ਸੁਨਹਿਰਾ ਮੰਚ ਬਣਾਇਆ ਸੀ, ਖੜਾ ਕੀਤਾ ਸੀਗਾ, ਆਗਾਜ਼ ਕੀਤਾ ਸੀ, ਪੰਜਾਬ ਦੇ ਲੋਕਾਂ ਨੂੰ ਮਿਲੇ ਵੀ ਸੀਗੇ। ਮੰਚ ਕਿੱਥੇ ਖੜਾ ਹੈ, ਹੁਣ ਅੱਗੇ ਦੀ ਕੀ ਪਲੈਨਿੰਗ ਹੈ? ਦੇਖੋ, ਅਸੀਂ ਪਿਛਲੇ 1.5 ਮਹੀਨੇ ਲਖੀਮਪੁਰ ਤੋਂ ਥੋੜਾ ਚਿਰ ਪਹਿਲਾਂ ਅਸੀਂ ਇਹ ਦੇਖਿਆ ਕਿ ਜਦ ਲੋਕਾਂ 'ਚ ਗਏ, 6-7 ਵੱਡੀਆਂ ਮੀਟਿੰਗਸ ਕੀਤੀਆਂ ਤਾਂ ਉਹ ਆਵਾਜ਼ ਇਹ ਆ ਰਹੀ ਸੀ ਕਿ ਤੇ ਗੱਲ ਤਾਂ ਤੁਸੀਂ ਠੀਕ ਕਰ ਰਹੇ ਹੋ, ਲੇਕਿਨ ਜਦ ਤਾਈਂ ਤੁਸੀਂ ਰਾਜਨੀਤੀ ਨਾਲ ਜੁੜੋਗੇ ਨਹੀਂ, ਇਹ ਸਾਰੀ ਚੀਜ਼ ਐਵੇਂ ਵਿਚਾਰ ਹੀ ਰਹਿ ਜਾਣਗੇ। ਇਹਨਾਂ ਨੂੰ ਤੁਸੀਂ ਕਿਵੇਂ ਪ੍ਰਗਟ ਕਰੋਗੇ, ਕਿਵੇਂ ਬਦਲੋਗੇ ਪੰਜਾਬ ਨੂੰ? ਫਿਰ ਅਸੀਂ ਮੀਟਿੰਗਾਂ ਸ਼ੁਰੂ ਕੀਤੀਆਂ ਕਿਸਾਨ ਨੇਤਾ ਨਾਲ। ਸਾਰਿਆਂ ਤੋਂ ਪਹਿਲਾਂ ਰਾਜਪਾਲ ਸਾਹਿਬ ਕੋਲ ਅਸੀਂ 4-5 ਬੰਦੇ ਇਕੱਠੇ ਹੋ ਕੇ ਗਏ। ਮੈਂ ਉਦੋਂ ਸੁਝਾਵ ਉਸ ਵੇਲੇ ਸੁਝਾਵ ਉਹਨਾਂ ਨੂੰ ਇਹ ਦਿੱਤਾ ਕਿ ਤੁਸੀਂ SKM ਨਾਲ ਜੁੜੇ ਰਹੋ, ਤੁਸੀਂ ਆਪਣੇ ਬੰਦੇ ਦੇ ਦਿਓ, ਬੰਦੇ ਜਿਹੜੇ ਜਿਨ੍ਹਾਂ ਦੇ ਤੁਸੀਂ ਐਤਬਾਰ ਕਰਦੇ ਹੋ ਉਹ ਦੇ ਦਿਓ, ਉਹਨਾਂ ਨੂੰ ਅਸੀਂ ਜੋੜ ਕੇ ਸੰਗਠਨ ਬਣਾ ਕੇ ਅੱਗੇ ਬਣਾ ਕੇ ਦੇਖ ਸਕਦੇ ਹਾਂ, ਰਾਜਨੀਤੀ ਵੱਲ ਜਾ ਸਕਦੇ ਹਾਂ। ਥੋੜੀ ਸੀਟ ਖਾਲੀ ਰੱਖ ਲਾਂਗੇ, ਉਹ ਬਾਅਦ ਚ ਤੈਅ ਹੋਊਗਾ। ਇਹ ਲੜਾਈ ਚੀਫ ਮਿਨਿਸਟਰੀ ਦੀ ਨਹੀਂ ਹੈ, ਲੜਾਈ ਹੈ ਪੰਜਾਬ ਨੂੰ ਬਦਲਣ ਦੀ। ਪੰਜਾਬ ਨੂੰ ਤੁਸੀਂ ਕੈਸੇ ਮੋੜ ਤੇ ਲਿਆਏ ਹੋ ਜਿੱਥੇ ਪੰਜਾਬ ਤਿਆਰ ਹੈ ਤਬਦੀਲੀ ਲਈ, ਲੇਕਿਨ ਜੇ ਦੁਬਾਰਾ ਹੀ ਉਹਨੂੰ ਖੂਜ ਸਿੱਟ ਦਾਂਗੇ ਆਪਾਂ ਤਾਂ ਫਿਰ ਫਾਇਦਾ ਨਹੀਂ ਕੋਈ। ਉਹਨਾਂ ਨੇ ਕਿਹਾ ਨਹੀਂ ਬੜੀ ਜਲਦੀ ਸਾਡਾ ਫੈਸਲਾ ਹੋਣ ਵਾਲਾ ਹੈ, ਉਹਦੇ ਬਾਅਦ ਤੈਅ ਕਰਾਂਗੇ। ਫਿਰ ਸਾਡੀ ਗੱਲ ਹੋਈ ਦੱਲੇਵਾਲ ਸਾਹਿਬ ਨਾਲ। ਦੱਲੇਵਾਲ ਸਾਹਿਬ ਨੇ ਬੜਾ ਸੋਹਣਾ ਜਵਾਬ ਦਿੱਤਾ, ਸੁਣ ਕੇ ਸਾਰਾ ਕਹਿੰਦੇ ਵਿਚਾਰ ਅੱਛਾ ਹੈ, ਇਹਦੇ ਤੇ ਧਿਆਨ ਦੇਵਾਂਗੇ। ਫਿਰ ਅਲੱਗ ਗੱਲ ਹੋਈ ਸਾਡੀ ਉਦੋਂ ਬਹੁਤ ਪਹਿਲਾਂ ਹੋ ਚੁੱਕੀ ਸੀ ਚੜੂਨੀ ਸਾਹਿਬ ਨਾਲ। ਚੜੂਨੀ ਸਾਹਿਬ ਨਾਲ ਤਾਂ ਗੱਲ ਇੱਥੇ ਦੁਪਹਿਰੇ ਖਾਣਾ ਵੀ ਖਾ ਕੇ ਗਏ ਮੇਰੇ ਕੋਲ। ਉਹਨਾਂ ਦੀਆਂ ਗੱਲਾਂ ਤੋਂ ਇਹ ਲੱਗਿਆ ਕਿ ਉਹ ਤਾਂ ਏਕਲਾ ਚਲੋ ਲੈ, ਉਹ ਤਾਂ ਇਕੱਲੇ ਹੀ ਚੱਲਣਗੇ, ਉਹਨਾਂ ਨੇ ਆਪਣੇ ਤਰੀਕੇ ਨਾਲ ਚੱਲਣਾ, ਉਹਨਾਂ ਨੇ ਕਿਸੇ ਦੇ ਨਾਲ ਨਹੀਂ ਚੱਲਣਾ। ਉਹੀ ਲੱਗ ਰਿਹਾ ਹੁਣ ਉਹ ਉਸੇ ਤਰੀਕੇ ਨਾਲ ਚੱਲੀ ਜਾ ਰਹੇ ਆ। ਫਿਰ ਹੋਈ ਕਾਦੀਆਂ ਸਾਹਿਬ ਨਾਲ। ਉਹ ਹੋਈ ਤਕਰੀਬਨ ਜਦ ਫੈਸਲਾ ਇਹਨਾਂ ਨੇ ਸਰਕਾਰ ਨੇ ਲੈ ਲਿਆ, ਮੋਦੀ ਸਾਹਿਬ ਨੇ, ਕਿ ਵਾਪਸ ਲੈ ਰਹੇ ਨੇ ਕਾਨੂੰਨ। ਹਲੇ ਇਹਨਾਂ ਨੇ ਐਲਾਨ ਨਹੀਂ ਸੀ ਕੀਤਾ ਕਿ ਅਸੀਂ ਅੰਦੋਲਨ ਵਾਪਸ ਲੈ ਲਿਆ। ਉਸ ਵੇਲੇ ਮੁਲਾਕਾਤ ਹੋਈ ਤਾਂ ਕਾਦੀਆਂ ਸਾਹਿਬ ਕਹਿਣ ਲੱਗੇ ਕਿ ਦੇਖੋ ਪਿਕਚਰ ਬੜੀ ਜਲਦੀ ਸਾਫ਼ ਹੋ ਜਾਏਗੀ, ਤੁਸੀਂ ਥੋੜਾ ਚਿਰ ਰੁਕ ਜਾਓ। ਇਹਦਾ ਮਤਲਬ ਉਹ ਇੰਤਜ਼ਾਰ ਕਰ ਰਹੇ ਸੀ ਕਿ ਰਾਜੇਵਾਲ ਸਾਹਿਬ ਹੋਰ ਦੂਜੇ ਬੰਦੇ ਕੀ ਕਰਦੇ ਨੇ। ਹੁਣ ਦੇਖੋ ਪਿਕਚਰ ਜਿਹੜੀ ਨਿਕਲ ਕੇ ਆਈ ਹੈ, ਜਿਹੜੀ ਚੀਜ਼ ਤੋਂ ਅਸੀਂ ਡਰ ਰਹੇ ਸੀ, ਜਿਹੜਾ ਇਹਨਾਂ ਨੂੰ ਕਹਿ ਰਹੇ ਸੀ ਕਿ ਜਿਹੜਾ ਬਈ ਧੜਾ ਤੁਹਾਡੇ ਚੋਂ ਅੱਗੇ ਰਾਜਨੀਤੀ 'ਚ ਆਇਆ ਉਹਦੇ ਨਾਲ ਤਰੇੜਾਂ ਖੁੱਲ ਜਾਂਦੀਆਂ SKM 'ਚ, ਕਿਉਂਕਿ ਦੇਖੋ ਜਿੱਤ SKM ਦੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈ। ਜੋ ਮੈਨੂੰ ਦਿੱਲੀੋਂ ਪਤਾ ਲੱਗਿਆ ਸੀ ਤਾਂ ਕੈਦ ਸਾਹਿਬ ਦਿਲੋਂ ਦੁਖੀ ਸੀ ਕਿ ਇਹ ਸਾਰੇ ਜਲਦੀ ਚਲੇ ਗਏ ਕਿਉਂਕਿ MSP ਦਾ ਮੁੱਦਾ ਹਲੇ ਸੁਲਝਿਆ ਨਹੀਂ। ਉਸ ਤੇ ਤਾਂ ਹਲੇ ਸਰਕਾਰ ਨੇ ਪਤਾ ਨਹੀਂ ਕਦ ਕਮੇਟੀ ਬਣਾਣੀ ਹੈ, ਉਹ ਕਮੇਟੀ ਨੇ ਕੀ
ਗਿਆਨ ਆਪਣਾ ਪ੍ਰਗਟ ਕਰਨਾ ਹੈ। ਸੋ ਪਰ ਤਖੇਤ ਸਾਹਿਬ ਇਕੱਲੇ ਅੰਦੋਲਨ ਨਹੀਂ ਸੀ ਚਲਾ ਸਕਦੇ, ਸੋ ਇਸ ਕਰਕੇ ਉਹਨਾਂ ਨੇ ਵੀ ਵਾਪਸ ਲੈ ਲਿਆ। ਲੇਕਿਨ ਆਪਣੇ ਨੇੜੇ ਦੇ ਜਾਣਨ ਵਾਲਿਆਂ ਨੂੰ ਉਹ ਕਹਿੰਦੇ ਸੀ ਕਿ ਇਹ ਜੇ ਰੁਕੇ ਰਹਿੰਦੇ ਤਾਂ ਚੰਗਾ ਸੀ। ਉਗਰਾਹਾਂ ਸਾਹਿਬ ਕਿਉਂਕਿ ਇਹ ਆ ਗਏ, ਉਹ ਆ ਗਏ, ਤੁਹਾਨੂੰ ਪਤਾ ਉਹ ਵੱਡੀ ਜਥੇਬੰਦੀ ਹੈ। ਉਹ ਵੀ ਇਹ ਸੀ ਕਿ ਰਾਜਨੀਤੀ 'ਚ ਨਹੀਂ ਜਾਣਾ ਲੇਕਿਨ ਮੁੱਦਿਆਂ ਤੇ ਰਹਿਣਾ। ਉਹ ਹਲੇ ਵੀ ਤੁਹਾਨੂੰ ਪਤਾ ਪੰਜਾਬ 'ਚ ਅੰਦੋਲਨ ਚੱਲ ਰਿਹਾ, DC ਆਫਿਸਾਂ ਨੂੰ ਉਹਨਾਂ ਨੇ ਘੇਰਿਆ ਹੋਇਆ। ਤਾਂ ਇਸ ਕਰਕੇ ਇੱਕ ਪਾਸੇ ਤਾਂ ਅੰਦੋਲਨ ਖਤਮ ਨਹੀਂ ਹੋਇਆ, ਕਿਉਂਕਿ ਸਿਰਫ ਉਹ ਅੰਦੋਲਨ ਜਿਹੜਾ ਕਾਨੂੰਨਾਂ ਦੇ ਖਿਲਾਫ ਸੀ, ਕਾਲੇ ਕਾਨੂੰਨਾਂ ਦੇ, ਉਹ ਅੰਦੋਲਨ ਉਹਨਾਂ ਸਫਲ ਹੋ ਗਿਆ ਉਸ ਹੱਦ ਤੱਕ। ਲੇਕਿਨ ਜਿਹੜਾ ਕਿਸਾਨੀ ਸੰਕਟ ਦਾ ਮੁੱਦਾ ਉਹ ਤਾਂ ਨਹੀਂ ਹੱਲ ਹੋਇਆ। ਭਾਵੇਂ ਪਿੰਡਾਂ ਦੇ ਵਿੱਚ ਕਿਵੇਂ ਆਮਦਨ ਵਧਾਉਣੀ ਹੈ, ਕਿਵੇਂ ਕਰਜ਼ੇ ਹਟਾਉਣੇ ਹੈ, ਕਿਵੇਂ ਨਵੀਂ ਤਬਦੀਲੀ ਲਿਆਉਣੀ ਹੈ, ਕਿਵੇਂ ਇੱਕ ਨਵੀਂ ਕ੍ਰਾਂਤੀ, ਇੱਕ ਨਵੀਂ ਗ੍ਰੀਨ ਰੈਵੋਲੂਸ਼ਨ ਨੰਬਰ 2 2.0 ਜਿਵੇਂ ਕਹਿੰਦੇ, ਉਹ ਕਿਵੇਂ ਲਿਆਉਣੀ ਹੈ, ਉਸ ਤੇ ਕੋਈ ਵਿਚਾਰ ਨਹੀਂ, ਉਸ ਤੇ ਕੋਈ ਦਿਸ਼ਾ ਨਹੀਂ। ਸੋ ਇਸ ਕਰਕੇ ਜਿਹੜਾ ਆ ਹੁਣ ਹੋਇਆ, ਇਹ ਪਤਾ ਸੀ ਹੋਣਾ ਹੈ ਜੇ ਇੱਕ ਦੋ ਧੜੇ ਆਣ ਕੇ। ਅੱਛਾ, ਹੁਣ ਉਹਦੇ 'ਚ ਕੀ ਹੋਇਆ ਕਿ ਪਹਿਲਾਂ ਤਾਂ ਇੱਕ ਤਰੇੜ ਆ ਗਈ, ਰਾਜੇਵਾਲ ਸਾਹਿਬ ਇੱਕ ਪਾਸੇ ਹੋ ਗਏ, 22 ਜਥੇਬੰਦੀਆਂ ਨਾਲ, ਵੱਡੇ ਜਥੇਬੰਦੀਆਂ ਦੂਜੇ ਪਾਸੇ ਰਹਿ ਗਈਆਂ। ਉਹਦੇ 'ਚ ਵੀ ਇਹ ਲੱਗਦਾ ਹੋਰ ਤਰੇੜ ਆ ਗਈ, ਕਿਉਂਕਿ ਇਹ ਜਾ ਕੇ ਆਪ 'ਚ ਜਾਣਾ ਚਾਹੁੰਦੇ ਆ। ਕੱਲ ਡਾਕਟਰ ਸਵਾਈਮਾਨ ਸਾਹਿਬ ਨੇ ਬੜਾ ਤਿੱਖਾ ਬਿਆਨ ਦਿੱਤਾ ਹੈ। ਆਪ ਨਾਲ ਗੱਲਬਾਤ ਚੱਲ ਰਹੀ ਹੈ, ਸੀਟ ਸ਼ੇਅਰਿੰਗ ਦੀ ਗੱਲ ਕਰ ਰਹੇ ਆ, ਰਾਜੇਵਾਲ ਕਹਿ ਰਹੇ ਸਾਡੀ ਓਪਨ ਆ, ਬਟ ਹਜੇ ਤੱਕ ਸਹਿਮਤੀ ਨਹੀਂ ਬਣ ਪਾ ਰਹੀ ਹੈ, ਕਸ਼ਮਕਸ਼ ਚੱਲ ਰਹੀ ਹੈ। ਕਿਉਂਕਿ ਡਾਕਟਰ ਸਵਾਈਮਾਨ ਜਿਵੇਂ ਤੁਸੀਂ ਦੱਸਿਆ ਵੀ ਉਹ ਵਿਰੋਧ ਕਰ ਰਹੇ ਆ, ਉਹ ਕਹਿ ਰਹੇ ਵੀ ਸਾਨੂੰ ਵਰਤਿਆ ਜਾਊਗਾ। ਉਹਨਾਂ ਦੀ ਗੱਲ ਬਿਲਕੁਲ ਠੀਕ ਹੈ। ਮੈਂ ਰਾਤ ਟਵੀਟ ਕੀਤਾ ਉਹਨਾਂ ਦੀ ਟਵੀਟ ਤੇ ਕਿ ਮੈਂ ਤੁਹਾਡੇ ਨਾਲ ਸਹਿਮਤ ਹੈ, ਕਿਉਂਕਿ ਜੇ ਇੱਕ ਦਿੱਲੀ 'ਚ ਐਸੀ ਪਾਰਟੀ 'ਚ ਤੁਸੀਂ ਜਾਣਾ ਹੈ ਜਿਹੜੀ ਦਿੱਲੀੋਂ ਕੰਟਰੋਲ ਹੁੰਦੀ ਹੈ, ਫਿਰ ਤਾਂ ਕਾਂਗਰਸ ਚਲੇ ਜਾਓ, BJP 'ਚ ਚਲੇ ਜਾਓ, ਜਿਵੇਂ ਕਈ ਕਾਂਗਰਸ ਦੇ ਬੰਦੇ ਜਾ ਰਹੇ ਆ। ਇਹ ਮੁੱਦਾ ਤਾਂ ਇਹ ਸੀਗਾ ਕਿ ਇੱਕ ਐਸੀ ਰੀਜਨਲ ਪਾਰਟੀ ਬਣ ਸਕੇ ਜਿਹਦੇ ਅਖਤਿਆਰ, ਜਿਹਦਾ ਕੰਟਰੋਲ ਪੰਜਾਬ 'ਚ ਹੋਵੇ, ਖੇਤਰੀ ਪਾਰਟੀ ਹੋਵੇ, ਨਵੀਂ ਖੇਤਰੀ ਪਾਰਟੀ। ਅਕਾਲੀ ਦਲ ਹੁਣ ਖੇਤਰੀ ਪਾਰਟੀ ਤਾਂ ਰਹੀ ਨਹੀਂ, ਉਹ ਤਾਂ ਇੱਕ ਫੈਮਿਲੀ ਦੀ ਪਾਰਟੀ ਹੈ। ਤੋ ਇਸ ਕਰਕੇ ਖੇਤਰੀ ਪਾਰਟੀ ਬਣਾਉਣ ਦਾ ਬਹੁਤ ਅੱਛਾ ਮੌਕਾ ਸੀ। ਉਹਦੇ 'ਚ ਇਹ ਪਹਿਲ ਕਰਕੇ ਅੱਗੇ ਆ ਸਕਦੇ ਸੀ। ਇਹ ਜੁੜੇ ਰਹਿੰਦੇ ਉਹਨਾਂ SKM ਦੇ ਨਾਲ, ਇਹ ਕਹਿੰਦੇ ਕਿ ਚਲੋ ਥਾਪੀ ਦਿੰਦੇ ਸਾਡੇ ਵਰਗੇ ਬੰਦਿਆਂ ਨੂੰ, ਹੋਰ ਵੀ ਗਰੁੱਪ ਨੇ, ਇਹ ਦੇਖ ਲੈਂਦੇ ਕਿਹੜੇ ਚੰਗੇ ਨੇ। ਸੋ ਉਹਦੇ 'ਚ ਇਹ ਬਾਹਰੋਂ ਬੈਠ ਕੇ ਪ੍ਰੈਸ਼ਰ ਗਰੁੱਪ ਬਣ ਕੇ, ਦੇਖੋ ਕਿ ਜ਼ਰੂਰੀ ਨਹੀਂ ਹੁੰਦਾ ਸਰਕਾਰ 'ਚ ਬਣ ਕੇ ਤੁਸੀਂ ਤਬਦੀਲੀ ਲਿਆ ਸਕੋ। ਬਾਲ ਠਾਕਰੇ ਆਏ ਨਹੀਂ ਕਦੇ ਸਰਕਾਰ 'ਚ, ਉਹਨੇ ਮਹਾਰਾਸ਼ਟਰ ਦੀਆਂ ਸਰਕਾਰਾਂ ਚਲਾਈਆਂ, ਮਹਾਰਾਸ਼ਟਰ ਦੀਆਂ ਸਰਕਾਰਾਂ ਮੱਥਾ ਟੇਕਣ ਜਾਂਦੀਆਂ ਸੀ ਉਹਦੇ ਘਰ। ਬਾਲ ਠਾਕਰੇ ਚੀਫ ਮਿਨਿਸਟਰ ਨਹੀਂ ਬਣਿਆ, ਚੀਫ ਮਿਨਿਸਟਰ ਨੂੰ ਨਚਾਇਆ ਉਹਨੇ ਆਪਣੀਆਂ ਪਾਲਿਸੀਆਂ ਤੇ। ਤਾਂ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਰਕਾਰ ਦੇ ਅੰਦਰ ਵੜ ਕੇ ਹੀ ਫਿਰ ਤੁਸੀਂ ਉਲਝ ਜਾਂਦੇ ਹੋ ਉਹਦੇ 'ਚ, ਕਿਉਂਕਿ ਸਰਕਾਰਾਂ ਦਾ ਉਲਝਣਪਨ ਹੁੰਦਾ ਜੇ ਤੁਸੀਂ ਥੋੜਾ ਦੂਰ ਬੈਠ ਕੇ ਕੰਟਰੋਲ ਤੁਹਾਡੇ ਕੋਲ ਹੋਣ, ਬੰਦੇ ਤੁਹਾਡੇ ਕੋਲ ਹੋਣ, ਤੁਸੀਂ ਮੈਜੋਰਿਟੀ ਉਹਦੀ ਕੰਟਰੋਲ ਕਰਦੇ ਹੋ, ਤਾਂ ਤੁਸੀਂ ਤਬਦੀਲੀ ਲਿਆ ਸਕਦੇ ਹੋ। ਤੁਸੀਂ ਇੱਕ ਤਰ੍ਹਾਂ ਨਾਲ ਸਰਕਾਰ ਤੇ ਨਿਗਰਾਨੀ ਰੱਖ ਸਕਦੇ ਹੋ, ਉਹਨੂੰ ਕਹਿ ਸਕਦੇ ਆ ਵੀ ਆਹ ਮੁੱਦੇ ਸੀ ਭਾਈ, ਇਹਦੇ ਤੁਸੀਂ ਚੱਲੇ ਨਹੀਂ ਠੀਕ। ਹੁਣ ਉਹ ਗਵਾ ਚੁੱਕੇ। ਰਾਜੇਵਾਲ ਸਾਹਿਬ ਕਹਿੰਦੇ ਨਹੀਂ, ਮੈਂ ਦੇਖੋ ਇਹ ਮੈਨੂੰ ਪਤਾ ਹੈ ਕਿ ਮੈਂ ਵਰਤ ਕੇ ਦੇਖਿਆ ਹੋਇਆ ਕੇਜਰੀਵਾਲ ਸਾਹਿਬ, ਅੱਜ ਉਹਨਾਂ ਨੂੰ ਕੋਵਿਡ ਹੋ ਗਿਆ, ਮੈਂ ਟਵੀਟ ਵੀ ਕੀਤਾ ਕਿ ਜਲਦੀ ਠੀਕ ਹੋਣ। ਪੁਰਾਣੀ ਵਾਕਫੀਅਤ ਹੈਗੀ ਹੈ, ਲੇਕਿਨ ਸਾਡੀ ਰਾਜਨੀਤੀ ਫਰਕ ਹੈ। ਪਰ ਇੱਕ ਚੀਜ਼ ਤਾਂ ਜ਼ਾਹਿਰ ਹੀ ਹੈ ਕਿ ਉਹਨਾਂ ਨੇ ਜਦ ਵੀ ਗੱਲ ਕੀਤੀ ਹੈ, ਮੈਨੂੰ ਪਤਾ ਢੀਂਡਸਾ ਸਾਹਿਬ ਦੇ ਗਰੁੱਪ ਨਾਲ ਗੱਲ ਹੋਈ ਹੈ, ਉਹ ਸੀਟ ਸ਼ੇਅਰਿੰਗ ਨਹੀਂ ਕਰਦੇ। ਉਹ ਕਿਉਂ ਕਰਨ ਸੀਟ ਸ਼ੇਅਰਿੰਗ? ਉਹ ਸਮਝਦੇ ਨੇ ਉਹ ਅੱਗੇ ਨੇ, ਉਹ ਅੱਜ ਕੱਲ ਪੰਜਾਬ 'ਚ ਉਹਨਾਂ ਦੀ ਜ਼ਿਆਦਾ ਪਹੁੰਚ ਬਣੀ ਹੋਈ ਹੈ। ਤਾਂ ਇਸ ਕਰਕੇ ਜੋ ਸੀਟ ਸ਼ੇਅਰਿੰਗ ਕਰਨਗੇ, ਬੰਦਾ ਉਹਨਾਂ ਦਾ ਸਹਾਰਾ ਲੈ ਕੇ ਜਿੱਤ ਕੇ ਫਿਰ ਕਿਧਰੇ ਵੀ ਜਾ ਸਕਦਾ ਹੈ। ਉਹ ਕਹਿੰਦੇ ਜਾਂ ਸਾਡੀ ਪਾਰਟੀ 'ਚ ਆਓ ਜਾਂ ਸਾਡੇ ਚਿੰਨ੍ਹ ਤੇ ਲੜੋ। ਜੇ ਇਹ ਕਰਨਗੇ, ਮੈਨੂੰ ਜੋ ਲੱਗਦਾ, ਹਲੇ ਮੇਰੀ ਗੱਲ ਨਹੀਂ ਹੋਈ, ਜੋ ਆ ਹੋਰ ਤਰੇੜਾਂ ਆਈਆਂ ਜਿਹੜੀਆਂ ਰਾਜੇਵਾਲ ਸਾਹਿਬ ਦੇ 22 ਗਰੋਹਾਂ 'ਚ, ਉਹ ਇਸ ਗੱਲ ਤੇ ਆਈਆਂ ਹੋਣੀਆਂ ਕਿਉਂਕਿ ਆਪ ਦੇ ਚਿੰਨ੍ਹ ਤੇ ਜਾਣ ਜਾਂ ਆਪ ਦੇ ਅੰਦਰ ਜਾਣ 'ਚ ਹੋ ਸਕਦਾ ਸਾਰੇ ਜਿਹੜੇ ਉਹਨਾਂ ਦੇ ਨਾਲ ਸਾਥੀ ਸੀ ਉਹ ਨਹੀਂ ਰਾਜੀ ਸੀ। ਕਿਸਾਨਾਂ ਨੂੰ ਇਹ ਵੀ ਲੱਗਦਾ ਵੀ ਜਿਵੇਂ ਤੁਸੀਂ ਕਿਹਾ ਵੀ ਸਿਆਸਤ ਬੜੀ ਉਲਝਣਦਾਰ ਹੁੰਦੀ ਹੈ, ਵੀ ਇੰਨਾ ਸਾਡੇ ਕੋਲ 117 ਸੀਟਾਂ 'ਚ ਅਸੀਂ ਜੇ ਲੜਨਾ ਹੈ, ਸਾਨੂੰ ਕਿਸੇ ਪਾਰਟੀ ਨਾਲ ਸਮਝੌਤਾ ਕਰਨਾ ਚਾਹੀਦਾ, ਤਾਂ ਅਸੀਂ ਜ਼ਿਆਦਾ ਕਾਮਯਾਬ ਰਵਾਂਗੇ ਬਜਾਏ ਇਕੱਲੇ ਜਾਣ ਦੇ। ਹਾਲਾਂਕਿ ਲੋਕ ਇਹ ਕਹਿ ਰਹੇ ਆ ਵੀ, ਕਈ ਲੋਕਾਂ ਨੇ ਇਹ ਵੀ ਆਵਾਜ਼ ਚੱਕੀ, ਕਈ ਤਰ੍ਹਾਂ ਇਹ ਕਹਿ ਰਹੀਆਂ ਵੀ ਜੇ ਤੁਸੀਂ ਕਿਸੇ ਨਾਲ ਅਲਾਇੰਸ ਕਰ ਲੈਂਦੇ ਹੋ ਫਿਰ ਅਸੀਂ ਤੁਹਾਡੀ ਖੁੱਲ੍ਹ ਕੇ ਵੀ ਮਦਦ ਨਹੀਂ ਕਰ ਪਾਵਾਂਗੇ। ਦੇਖੋ ਅਲਾਇੰਸ, ਜਦ ਮੈਂ ਤੁਹਾਨੂੰ ਕਿਹਾ ਸੀ, ਸੁਝਾਅ ਦਿੱਤਾ, ਪਾਰਟੀ ਬਣਾਉਂਦੇ ਕਿੰਨਾ ਟਾਈਮ ਲੱਗਦਾ ਹੈ। ਇਹਨਾਂ ਦਾ ਪਿੰਡਾਂ 'ਚ ਇਹਨਾਂ ਦੇ ਵਰਕਰ ਹੈਗੇ, ਉਹ ਵਰਕਰ ਚਲੋ ਸਾਰੇ ਇਹਨਾਂ ਨਾਲ ਨਹੀਂ ਜੁੜੇ ਹੋਏ, ਲੇਕਿਨ ਲੋਕਾਂ ਦਾ ਮਨ ਜੁੜਿਆ ਹੋਇਆ ਇਹਨਾਂ ਨਾਲ। ਤੇ ਜਦ ਜਿਵੇਂ ਅਸੀਂ ਸੁਝਾਅ ਦਿੱਤਾ ਸੀਗਾ ਕਿ ਕੁਝ ਬੰਦੇ ਅਸੀਂ ਪਾਉਣੇ ਆ, ਕੁਝ ਬੰਦੇ ਹੋਰ ਜਗ੍ਹਾ ਤੋਂ, ਬੰਦੇ ਲੱਭਣੇ ਕੀ ਮੁਸ਼ਕਿਲ ਹੈ। 117 ਬੰਦੇ ਤੁਸੀਂ ਲੱਭਣੇ ਹੋਣ, ਪਿੰਡਾਂ ਵਾਲਿਆਂ ਨੂੰ ਹੀ ਪੁੱਛ ਲਓ, ਉਹਨਾਂ ਨੂੰ ਪਤਾ ਕਿਹੜਾ ਚੰਗਾ ਬੰਦਾ ਹੈ ਇਸ ਹਲਕੇ 'ਚ ਹੈ। ਕਿੰਨਾ ਟਾਈਮ ਲੱਗਦਾ ਹੈ ਪਤਾ ਕਰਦੇ ਆ ਕਿ ਇਸ ਹਲਕੇ 'ਚ ਚੰਗਾ ਬੰਦਾ ਕੌਣ ਹੈ, ਜਿਹੜਾ
ਖੇਤੇ ਦੇ ਰੇਤੇ ਦੇ ਮਾਫੀਆ ਨਾਲ ਨਹੀਂ ਜੁੜਿਆ ਹੋਇਆ, ਸ਼ਰਾਬ ਦੇ ਮਾਫੀਆ ਨਾਲ ਨਹੀਂ, ਗੈਂਗਸਟਰਸ ਨਾਲ ਨਹੀਂ ਜੁੜਿਆ ਹੋਇਆ। ਪਿੰਡਾਂ ਵਾਲਿਆਂ ਨੂੰ ਪਤਾ, ਉਹ ਕਹਿੰਦੇ ਮੱਛੀ ਨੂੰ ਪਤਾ ਹੁੰਦਾ ਪਾਣੀ 'ਚ ਕੀ ਹੈ, ਉਹਨਾਂ ਨੂੰ ਪਤਾ ਪਿੰਡਾਂ 'ਚ ਕੀ ਹੈ। ਕਿੰਨੀ ਦੇਰ ਲੱਗੇਗੀ ਇਹ ਪੁੱਛਣ ਨੂੰ ਕਿ ਨੌਜਵਾਨ, ਲੜਕੀਆਂ, ਲੜਕੇ, ਇਹਦੇ 'ਚ ਸਮਕਾ ਮੌਕਾ ਸੀਗਾ ਜਿਹਦੇ 'ਚ ਕੁਝ ਸੂਝ-ਬੂਝ ਸਾਡੇ ਵਰਗੇ ਜਿਹੜੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੂੰ ਤਜਰਬਾ ਹੈ, ਜ਼ਿਆਦਾ ਨੌਜਵਾਨ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਅਸੀਂ ਲਿਆ ਸਕਦੇ ਸੀ ਇਹਦੇ 'ਚ। ਕਿਉਂਕਿ ਦੇਖੋ ਤਬਦੀਲੀ ਪੰਜਾਬ 'ਚ ਆ ਗਈ, ਕਿਉਂਕਿ ਬਾਦਲ ਸਾਹਿਬ ਦੀ ਉਮਰ 90 ਤੋਂ ਉੱਤੇ ਟੱਪ ਗਈ ਹੈ, ਕੈਪਟਨ ਸਾਹਿਬ ਵੀ ਲਾਸਟ ਉਹਨਾਂ ਦੀ ਇਨਿੰਗ ਉਹ ਕੋਸ਼ਿਸ਼ ਕਰ ਰਹੇ ਨੇ। ਸੋ ਇੱਕ ਜਿਹਨੂੰ ਜੈਨਰੇਸ਼ਨਲ ਚੇਂਜ ਕਹਿੰਦੇ ਹੈ, ਪੀੜ੍ਹੀਆਂ ਦੀ ਤਬਦੀਲੀ ਪੰਜਾਬ ਦੇ ਵਿੱਚ ਹੋ ਰਹੀ ਹੈ। ਇਹਦੇ 'ਚ ਕਿਸਾਨ ਇੱਕ ਸਾਧਨ ਬਣ ਸਕਦੇ ਸੀ, ਇੱਕ ਪੁਲ ਬਣ ਸਕਦੇ ਸੀ ਪੰਜਾਬ ਨੂੰ 21ਵੀਂ ਸਦੀ ਨਾਲ ਜੋੜਨ ਨੂੰ ਔਰ ਅਗਲੀ ਪੀੜ੍ਹੀ ਨੂੰ ਰਾਜਨੀਤੀ ਨਾਲ ਜੋੜਨ ਨੂੰ। ਉਹ ਕਰਨ ਦੀ ਜਗ੍ਹਾ ਇਹ ਆਪਣੇ ਉਹਦੇ 'ਚ ਪੈ ਗਏ। ਤੁਹਾਨੂੰ ਲੱਗਦਾ ਕਿ ਟਾਈਮ ਮੌਕਾ ਖੁੰਝ ਗਿਆ ਜਾਂ ਟਾਈਮ ਲੰਘ ਗਿਆ, ਕਿ ਹਜੇ ਵੀ ਮੌਕਾ ਹੈਗਾ, ਹਜੇ ਵੀ ਚੀਜ਼ਾਂ ਹੋ ਸਕਦੀਆਂ ਜੋ ਤੁਸੀਂ ਕਹਿ ਰਹੇ ਹੋ? ਦੇਖੋ ਇਸੇ ਤੋਂ ਮਜਬੂਰ ਹੋ ਕੇ ਅਸੀਂ ਵੀ ਹੁਣ ਇਹਨਾਂ ਦੀ ਇੰਤਜ਼ਾਰ ਤਾਂ ਕਰਦੇ ਰਹੇ, ਹਲੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ। ਅਸੀਂ ਵੀ ਹੁਣ ਹੌਲੀ ਹੌਲੀ ਰਾਜਨੀਤੀ ਵੱਲ ਦੇਖਣਾ ਸ਼ੁਰੂ ਕੀਤਾ ਕਿ ਦੇਖੋ ਜੇ ਇਹ ਨਹੀਂ ਜਿਹੜਾ ਵੈਕਿਊਮ ਹੈ, ਜਿਹੜਾ ਇੱਥੇ ਜਿਹੜੀ ਕਸਰ ਨਹੀਂ ਹੈ ਪੂਰੀ ਕਰ ਸਕੇ, ਉਹ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਹੈ ਨਾ। ਟਾਈਮ ਹਲੇ ਬਹੁਤ ਹੈ, ਇਸ ਲਈ ਹੈ ਕਿਉਂਕਿ ਮੈਨੂੰ ਜੋ ਲੱਗਦਾ ਹੈ ਇਹ ਇਲੈਕਸ਼ਨ ਗਈ ਮਾਰਚ 'ਚ, ਇਹ ਫਰਵਰੀ 'ਚ ਨਹੀਂ। ਕਿਉਂਕਿ ਹਲੇ ਪ੍ਰਧਾਨ ਮੰਤਰੀ ਸਾਹਿਬ ਦੇਖੋ, ਆਮ ਅੰਦਾਜ਼ਾ ਇਹ ਹੁੰਦਾ ਹੈ ਇਹਨਾਂ ਦੀਆਂ ਰੈਲੀਆਂ ਜਦ ਤਾਈਂ ਨਹੀਂ ਮੁੱਕਦੀਆਂ 5 ਸਟੇਟਾਂ 'ਚ, ਉਦੋਂ ਤਾਂ ਇਲੈਕਸ਼ਨ ਕਮਿਸ਼ਨ ਨੇ ਨਹੀਂ ਜੇ ਅਨਾਉਂਸ ਕਰਨੀ। ਅਸੀਂ ਜੋ ਮਰਜ਼ੀ ਕਹੀਏ ਬੜਾ ਇੰਡੀਪੈਂਡੈਂਟ ਹੈ, ਸਾਡਾ ਜਿਹੜਾ ਤਜਰਬਾ ਰਿਹਾ ਇਹ ਹੈ। ਤਾਂ ਇਸ ਕਰਕੇ ਹਲੇ ਗੋਆ 'ਚ ਨਹੀਂ ਗਏ, ਹਲੇ ਕਿਤੇ ਹੋਰ ਨਹੀਂ ਗਏ। ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਇੱਕ ਵਾਰ ਜਦ ਐਲਾਨ ਆ ਗਿਆ 5 ਸਟੇਟਾਂ ਦਾ ਆਏਗਾ, ਸੋ ਇਹ ਜਦ ਤਾਈਂ ਸਾਰਿਆਂ 'ਚ ਹੋ ਨਹੀਂ ਆਉਂਦੇ, ਮੈਨੂੰ ਲੱਗਦਾ ਜਨਵਰੀ ਦੇ ਅੱਧ ਤਾਈਂ ਚਲੇ ਜਾਣਾ। ਅੱਗੇ ਪੰਜਾਬ ਦੀ ਇਲੈਕਸ਼ਨ ਯੂਪੀ ਦੇ ਪਹਿਲੇ ਦੌਰ ਨਾਲ ਹੋਈ ਸੀ, ਯੂਪੀ ਦੇ ਹੁੰਦੇ ਆ 5-6 ਦੌਰ, ਤੇ ਜੇ ਅਖੀਰਲੇ ਦੌਰ ਨਾਲ, ਔਰ ਬੀਜੇਪੀ ਹਲੇ ਆਪਣੀ ਫੌਜ ਤਿਆਰ ਕਰ ਰਹੀ ਹੈ, ਬੰਦੇ ਤੋੜ ਕੇ ਲਿਆ ਰਹੇ ਹੈ। ਤਾਂ ਉਹ ਜਦ ਤਾਈਂ ਇਹਨਾਂ ਦੀ ਫੌਜ ਤਿਆਰ ਨਹੀਂ ਹੁੰਦੀ, ਇਹਨਾਂ ਨੂੰ ਵੀ ਵਕਤ ਚਾਹੀਦਾ। ਸੋ ਇਹ ਇਲੈਕਸ਼ਨ ਗਈ ਮਾਰਚ 'ਚ, ਹਲੇ 3 ਮਹੀਨੇ ਪਏ ਹੈ, ਤੇ ਉਹ ਵਕਤ ਬਹੁਤ ਹੈ। ਜੇ ਹਲੇ ਵੀ ਇਹ ਸਮਝ ਜਾਣ ਕਿ ਆਹ ਕੰਮ ਨਾ ਕਰੋ। ਮੈਂ ਅੱਗੇ ਵੀ ਇਹ ਕਿਹਾ, ਮੈਂ ਕਿਹਾ ਉਹ ਘੋੜੀ ਕਿਸੇ ਦੀ, ਬਰਾਤ ਕਿਸੇ ਦੀ, ਉਹ ਦੁੱਲਾ ਬਣ ਕੇ ਉੱਥੇ ਤੁਰੇ ਫਿਰੋ, ਇਹ ਤਾਂ ਬੇਵਕੂਫੀ ਵਾਲੀ ਗੱਲ ਹੈ, ਇਹ ਤਾਂ ਕੋਈ ਸਿਆਣਪ ਦੀ ਗੱਲ ਨਹੀਂ। ਰੋਲ ਦੋਗੇ ਜਿਹੜੀ ਚੀਜ਼ ਤੁਸੀਂ ਕਮਾ ਕੇ ਲਿਆਏ ਹੋ। ਮੇਰੇ ਖਿਆਲ ਡਾਕਟਰ ਸਵਾਈ ਮਾਨ ਦਾ ਜਿਹੜਾ ਦਿਲੋਂ ਦੁੱਖ ਨਿਕਲ ਰਿਹਾ ਸੀ ਉਹ ਇਸੇ ਗੱਲ ਤੇ ਸੀ। ਉਹਨਾਂ ਨੇ ਸਾਲ ਭਰ ਉੱਥੇ ਕੰਮ ਕੀਤਾ, ਹਸਪੀਟਲ ਚਲਾਇਆ, ਮਰੀਜ਼ਾਂ ਨੂੰ ਇਲਾਜ ਕੀਤਾ, ਤੇ ਉਹ ਕਹਿੰਦੇ ਜੇ ਐਸੇ ਲਈ ਕਰਨਾ ਸੀ ਤਾਂ ਫਾਇਦਾ ਕੀ ਹੋਇਆ। ਤੇ ਕੇਸੀ ਸਿੰਘ ਜੀ, ਤੁਹਾਨੂੰ ਕੀ ਲੱਗਦਾ, ਤੁਸੀਂ ਲੋਕਾਂ ਵਿੱਚ ਵਿਚ ਰਹੇ ਹੋ ਮੰਚ ਦੇ ਰਾਹੀਂ ਵੀ, ਵੈਸੇ ਵੀ ਥੋੜਾ ਬਹੁਤ ਲੰਬਾ ਤਜਰਬਾ, ਏਕੇ ਦੀ ਗੱਲ ਆਉਂਦੀ ਹੈ ਪੰਜਾਬ ਉਦੋਂ ਏਕਾ ਨਹੀਂ ਦਿਖਾ ਪਾਉਂਦਾ, ਸਪੈਸ਼ਲੀ ਫॉर ਏ ਚੇਂਜ। ਅੱਧ ਪਜੱਦੀ ਗੱਲ ਹੁੰਦੀ ਆ ਹਮੇਸ਼ਾ, ਅੱਧੀ ਜੀ ਚੇਂਜ ਆ ਜਾਂਦੀ ਹੈ, ਫਿਰ ਲੋਕ ਉਸ ਨਾਲ ਜੁੜਦੇ ਨੇ, ਪਰ ਫਿਰ ਉਦਾਸ ਹੋ ਕੇ ਵਾਪਸ ਆ ਜਾਂਦੇ ਨੇ, ਬੈਕ ਟੂ ਸਕੁਅਰ 1 ਕਹਿ ਲਈਏ ਜਿਵੇਂ। ਤਾਂ ਹੁਣ ਤੁਹਾਨੂੰ ਕੀ ਲੱਗਦਾ, ਲੋਕ ਕੀ ਚਾਹੁੰਦੇ? ਲੋਕ ਚਾਹੁੰਦੇ ਤਾਂ ਹੈਗੇ ਆ ਚੇਂਜ, ਪਰ ਏਕਾ ਕਿਉਂ ਨਹੀਂ ਹੋ ਪਾਉਂਦਾ, ਚਾਹੇ ਉਹ ਲੀਡਰਾਂ 'ਚ ਹੋਵੇ ਜਾਂ ਲੋਕਾਂ 'ਚ ਹੋਵੇ? ਦੇਖੋ ਏਕਾ ਲੀਡਰ ਨੂੰ ਹੀ ਕਰਨਾ ਪੈਂਦਾ, ਕੋਈ ਅੱਗੇ ਹੋ ਕੇ ਨਿਕਲੇਗਾ, ਇਹ ਲੱਗ ਜਾਣਗੇ। ਆਮ ਤੌਰ ਤੇ ਕਿਹਾ ਜਾਂਦਾ ਮਾਲਵੇ 'ਚੋਂ ਚਲਦੀ ਹੈ ਹਵਾ। ਮਾਲਵੇ ਦੀ ਜਿਹੜਾ ਹਵਾ ਬੜੀ ਜਲਦੀ ਬਦਲਦੀ ਹੈ, ਕਦੇ ਛਿਪਦੇ ਤੋਂ, ਕਦੇ ਚੜ੍ਹਦੇ ਤੋਂ, ਉਹ ਕਿਧਰੋਂ ਵੀ ਆ ਸਕਦੀ ਹੈ। ਲੇਕਿਨ ਉਹਦੇ 'ਚ ਉਹਨਾਂ ਨੂੰ ਇੱਕ ਦਿਸ਼ਾ ਦਿਖਾਉਣ ਦੀ ਲੋੜ ਹੈ। ਉਹਨਾਂ ਨੂੰ ਆਹ ਨਹੀਂ ਜਿਹੜਾ ਹੁਣ ਕਾਂਗਰਸ ਕਰ ਰਹੀ ਹੈ। ਦੱਸੋ, ਚੀਫ ਮਿਨਿਸਟਰ ਹਲੇ ਆਪਣੇ ਖਜ਼ਾਨਾ ਮੰਤਰੀ ਨੂੰ ਪੁੱਛ ਰਿਹਾ ਸਾਡੇ ਕੋਲ ਪੈਸੇ ਹੈ ਕਿ ਨਹੀਂ, ਤੇ ਨਵਜੋਤ ਸਿੱਧੂ ਜਾ ਕੇ ਮੈਂ 2000 ਦੇ ਦੂੰਗਾ, 3000 ਦੇ ਦੂੰਗਾ, 5000। ਇਸੇ ਗੱਲਾਂ ਤੇ ਖਿੱਲੀ ਉਡਾਈ ਸੀ ਆਮ ਆਦਮੀ ਪਾਰਟੀ ਦੀ ਵੀ, ਫ੍ਰੀਬੀਜ਼ ਦੇ ਰਹੇ। ਉਹ ਕਿਉਂ? ਯਾਦ ਹੈ ਕਿਹੜੀ ਪਾਰਟੀ 'ਚ ਰਹਿ ਕੇ ਆਇਆ ਹੋਇਆ ਹੈ? ਉਹ ਪਾਰਟੀ ਦੇ ਜੁਮਲਾ ਕੀ ਕੀਤਾ ਸੀ? ਅਸੀਂ ਬਲੈਕ ਮਨੀ ਲਿਆਵਾਂਗੇ ਬਾਹਰੋਂ, ਫਿਰ ਲੋਕਾਂ ਨੂੰ 15 ਲੱਖ ਵੰਡਾਂਗੇ। ਵੰਡਤੀ, ਆ ਗਈ ਬਲੈਕ ਮਨੀ। ਸੋ ਇਹ ਜੁਮਲੇਬਾਜ਼ੀ ਜਿਹੜੀ ਹੈ, ਇਹਦੇ ਨਾਲ ਪੋਲਿਟਿਕਸ ਨਹੀਂ ਜੇ ਚੱਲਣੀ। ਸੁਝਾਅ ਦੇਣੇ ਆ, ਉਹ ਸੁਝਾਅ ਦਿਓ ਜਿਹੜੇ ਜ਼ਮੀਨ ਨਾਲ ਜੁੜੇ ਹੈ, ਜਿਹੜੇ ਤਜਰਬੇ ਨਾਲ ਜੁੜੇ ਹੈ, ਜਿਹੜੇ ਹੋ ਸਕਦੇ ਹੈ। ਤੁਸੀਂ ਹੁਣ ਐਵੇਂ ਸੁਪਨੇ ਲਈ ਜਾਓ, ਸ਼ੇਖ ਚਿਲੀਆਂ ਵਾਲੀਆਂ ਗੱਲਾਂ ਕਰੀ ਜਾਓ, ਇੱਕ ਬੰਦਾ 100 ਕਹੇ, ਦੂਜਾ 200, ਤੀਜਾ 300। ਇਹ ਤਾਂ ਲੋਕਾਂ ਦਾ ਐਵੇਂ ਬੇਵਕੂਫ ਬਣਾਉਣ ਵਾਲੀ ਗੱਲ ਹੈ। ਇਹ ਕੋਈ ਪੋਲਿਟਿਕਸ ਨਹੀਂ ਹੈ, ਰਾਜਨੀਤੀ ਨਹੀਂ ਹੈ, ਤਬਦੀਲੀ ਨਹੀਂ ਹੈ। ਹੈ ਜੀ, ਇਹ ਜੁਮਲੇਬਾਜ਼ੀ ਜਿਹੜੇ ਉਹ ਤਾਂ ਕਹਿੰਦੇ ਹੀ ਹੈ, ਜਿਹੜੀ ਪੁਰਾਣੀ ਇਹ ਪਾਰਟੀ 'ਚੋਂ ਆਏ ਹੈ ਉਹਦੀ ਜੁਮਲੇਬਾਜ਼ੀ ਹੈ ਇਹ। ਸੋ ਇਸ ਕਰਕੇ ਲੋਕ ਤਬਦੀਲੀ ਚਾਹ ਰਹੇ ਹੈ। ਉਹ ਹਲੇ ਵੀ ਸਮੇਂ ਹੈ, ਉਸ ਸਮੇਂ 'ਚ ਜਿਹੜੇ ਕਿਸਾਨ ਨੇਤਾ ਰਾਜਨੀਤੀ 'ਚ ਹਲੇ ਨਹੀਂ ਜੁੜੇ ਸਿੱਧੇ, ਉਹ ਹੁਣ ਨਿਖਰ ਜਾਏਗੀ, ਪਿਕਚਰ ਨਿਖਰ ਜਾਏਗੀ। ਕਿੰਨੇ ਕੁ ਜਾਂਦੇ ਨੇ ਉਹਨਾਂ ਨਾਲ ਆਪ ਦੇ ਵਿੱਚ ਜਾਂ ਆਪ ਦੇ ਨਾਲ। ਜਿਹੜੇ ਨਹੀਂ ਜੁੜੇ ਉਹ ਆਪਣਾ ਪ੍ਰੈਸ਼ਰ ਗਰੁੱਪ ਬਣਾ ਕੇ ਥਾਪੀ ਦੇਣ ਉਹ ਜਿਹੇ ਬੰਦਿਆਂ ਨੂੰ ਜਿਹੜੇ ਨਵੇਂ ਨੇ। ਅਸੀਂ ਹਲੇ ਵੀ ਉਹਨਾਂ ਨਾਲ ਗੱਲ ਕਰ ਰਹੇ ਹਾਂ, ਮੈਨੂੰ ਲੱਗਦਾ ਹੋਰ ਵੀ ਬੰਦੇ ਗੱਲ ਕਰ ਰਹੇ ਹੋਣੇ ਆ, ਅਸੀਂ ਇਕੱਲੇ ਤਾਂ ਨਹੀਂ ਨਾ ਕਰ ਰਹੇ, ਕਈ ਤਰ੍ਹਾਂ ਦੇ ਬੰਦੇ ਉਹ ਆਪਣੀ ਆਪੇ ਪਰਖਣ। ਉਹ ਜਿਹੜੇ ਗਰੁੱਪ ਨੇ ਨਵੇਂ, ਇਹਨਾਂ 'ਚੋਂ ਕਿਹੜੇ ਚੰਗੇ ਹੈ, ਕਿਹੜੇ ਬੰਦੇ ਆ ਜਿਨ੍ਹਾਂ ਦਾ ਤਜਰਬਾ ਹੈ, ਕਿਹੜੇ ਬੰਦੇ ਆ ਜਿਨ੍ਹਾਂ ਦਾ
ਪਿਛੋੜ ਦੱਸਦਾ ਕਿ ਇਹ ਕੁਝ ਕਰ ਸਕਦੇ ਹੈ। ਤਾਂ ਇਸ ਕਰਕੇ ਇਹ ਨਿਰਣੈ ਉਹ ਕਿਸਾਨਾਂ ਨੇ ਲੈਣਾ ਹੈ। ਇਹ ਕਹਿਣਾ ਮੈਂ ਤਾਂ ਉਗਰਾਹਾਂ ਸਾਹਿਬ ਨੂੰ ਵੀ ਕਹੂੰਗਾ ਕਿ ਠੀਕ ਹੈ ਉਹ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦੇ, ਲੇਕਿਨ ਇਹ ਕਹਿਣਾ ਕਿ ਭਾਈ ਮੈਂ ਤਾਂ ਇਹਦੇ ਤੇ ਕੋਈ ਵਿਚਾਰ ਨਹੀਂ ਰੱਖੂੰਗਾ, ਇਹ ਵੀ ਸਹੀ ਨਹੀਂ ਹੋਊਗਾ। ਕਿਉਂਕਿ ਦੇਖੋ ਤਬਦੀਲੀ ਹਮੇਸ਼ਾ ਰਾਜਨੀਤੀ 'ਚੋਂ ਹੀ ਆਉਣੀ ਹੈ। ਤੁਸੀਂ ਉਹਨੂੰ ਰਾਜਨੀਤੀ ਨੂੰ ਕਿਵੇਂ ਢਾਲ ਸਕਦੇ ਹੋ, ਉਹਦੇ ਤੇ ਪ੍ਰੈਸ਼ਰ ਕਿਵੇਂ ਬਣਾ ਸਕਦੇ ਹੋ। ਕੱਲਾ ਅੰਦੋਲਨ ਨਾਲ ਤਾਂ ਨਹੀਂ ਨਾ ਪ੍ਰੈਸ਼ਰ ਹੋ ਸਕਦਾ। ਅੰਦੋਲਨ ਤਾਂ ਰਹੂਗਾ, ਹਥਿਆਰ ਤੁਹਾਡੇ ਕੋਲ ਹੈ, ਲੇਕਿਨ ਅੰਦੋਲਨ ਆਖਰੀ ਹਥਿਆਰ ਹੋਣਾ ਚਾਹੀਦਾ, ਪਹਿਲਾ ਹਥਿਆਰ ਨਹੀਂ। ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਕਿ ਅੱਛਾ ਚੰਗੇ ਬੰਦਿਆਂ ਦੀ ਅਸੀਂ ਮਦਦ ਕਰਾਂਗੇ ਭਾਈ, ਜੇ ਤੁਸੀਂ ਸਾਡੇ ਨਾਲ ਬੇਇਤਬਾਰੀ ਕਰੋਗੇ ਬਾਅਦ ਚ ਫੇਰ ਅੰਦੋਲਨ ਨਹੀਂ। ਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਲ ਠਾਕਰੇ ਦੀ ਤਰ੍ਹਾਂ ਕਿ ਆਹ ਸਾਡੇ ਮੁੱਦੇ ਨੇ, ਸਾਡੇ ਮੁੱਦਿਆਂ ਨਾਲ ਜਿਹੜਾ ਜੁੜੂਗਾ ਅਸੀਂ ਉਹਦੀ ਮਦਦ ਕਰਾਂਗੇ। ਇਹ ਮੁੱਦਿਆਂ ਦਾ ਸਾਨੂੰ ਸਾਡੇ ਨਾਲ ਵਿਚਾਰ ਕਰ ਲਿਆ ਕੇ ਦੱਸੇ ਇਹਦਾ ਇਲਾਜ ਕੀ ਹੈ, ਠੀਕ ਇਲਾਜ ਦੱਸੇ, ਐਵੇਂ ਝੂਠ ਸੱਚ ਨਹੀਂ ਕਿ ਜੀ ਆ ਦੇਖੋ ਹੁਣ ਕਹੀ ਜਾਂਦੇ ਆ ਪ੍ਰਧਾਨ ਮੰਤਰੀ ਜੀ ਆ ਕੇ ਜੀ ਚੰਡੀਗੜ੍ਹ ਦੇ ਦੇਣਗੇ। ਪਹਿਲਾਂ ਤਾਂ ਮੰਗਿਆ ਕਿਨੇ ਹੈ, ਇਹ ਬਾਦਲਾਂ ਨੇ ਵੀ ਹੁਣ ਮੰਗਣਾ ਸ਼ੁਰੂ ਕੀਤਾ ਹੈ। ਜਦ ਇਹ ਸਰਕਾਰ ਸੀ ਉਦੋਂ ਨਾ ਮੰਗ ਲਿਆ, ਉਦੋਂ ਤਾਂ ਨਵਾਂ ਚੰਡੀਗੜ੍ਹ ਤੇ ਨਵਾਂ ਹੋਟਲ ਉਧਰ ਨੂੰ ਡਿਵੈਲਪ ਕਰੀ ਜਾਂਦੇ ਆ ਜ਼ਮੀਨਾਂ ਖਰੀਦ ਕੇ। ਤੇ ਚੰਡੀਗੜ੍ਹ ਕਿਵੇਂ ਦੇ ਸਕਦਾ ਪ੍ਰਧਾਨ ਮੰਤਰੀ ਜੇ ਦੇਣਾ ਵੀ ਚਾਹਣ? ਉਹਨਾਂ ਦੀ ਸਰਕਾਰ ਹਰਿਆਣੇ 'ਚ ਦੂਜੇ ਦਿਨ ਗਿਰ ਜੂ। ਚੌਤਾਲਾ ਉਦੋਂ ਹੀ ਮਜਬੂਰ ਹੋ ਜਾਊਗਾ ਆਪਣੀ ਸਪੋਰਟ ਵਾਪਸ ਲੈਣ ਨੂੰ, ਤੇ ਉਹ ਆਪਣੀ ਸਰਕਾਰ ਹਰਿਆਣੇ 'ਚ ਸਿੱਟ ਲੈਣ। ਪੰਜਾਬ 'ਚ ਹਲੇ ਬਣੀ ਨਹੀਂ, ਇਹ ਕਿਵੇਂ ਹੋਊਗਾ? ਜਿੰਨਾ ਮਰਜੀ ਤਕੜਾ ਪ੍ਰਾਈਮ ਮਿਨਿਸਟਰ ਹੋਵੇ ਕਿਵੇਂ ਕਰ ਸਕਦਾ ਹੈ? ਅੱਗੇ ਵੀ ਜਦ ਰਾਜੀਵ ਗਾਂਧੀ ਦਾ ਸੰਤ ਲੰਗੋਵਾਲ ਨਾਲ ਹੋਇਆ ਐਗਰੀਮੈਂਟ ਹੋਇਆ, ਉਹਦੇ 'ਚ ਕਿਉਂ ਵਾਪਸ ਲਿਆ ਉਹਨਾਂ ਨੇ? ਉਹ ਵਾਪਸ ਲਿਆ ਕਿਉਂਕਿ ਹਰਿਆਣੇ ਦੀ ਸਰਕਾਰ ਇਲੈਕਸ਼ਨ ਆ ਗਈ ਸੀ। ਉਹ ਉਦੋਂ 1 ਜਨਵਰੀ 'ਚ ਮੈਂ ਰਾਸ਼ਟਰਪਤੀ ਭਵਨ ਸੀਗਾ, ਉਹਨਾਂ ਨੇ ਜ਼ੋਰ ਪਾ ਕੇ ਗਿਆਨੀ ਜ਼ੈਲ ਸਿੰਘ ਦੀ ਸਪੀਚ 'ਚ ਲਿਖਵਾਇਆ ਕਿ ਬਰਨਾਲਾ ਚੰਗਾ ਕੰਮ ਕਰ ਰਿਹਾ। ਗਿਆਨੀ ਜੀ ਨਾਰਾਜ਼ ਸੀ, ਉਹਨਾਂ ਨੇ ਕਿਹਾ ਮੈਨੂੰ ਮਿਲ ਨਹੀਂ ਆਇਆ ਚੀਫ ਮਿਨਿਸਟਰ ਬਣ ਕੇ, ਕਿਉਂਕਿ ਇਹ ਸਮਝਦਾ ਕਿ ਮੇਰੀ ਬਣਦੀ ਨਹੀਂ ਰਾਜੀਵ ਗਾਂਧੀ ਨਾਲ ਤੇ ਮੈਂ ਨਹੀਂ ਕਰਨੀ ਜੇ ਇਹਦੀ। ਉਹਨਾਂ ਨੇ ਕੈਬਨਿਟ ਸੈਕਟਰੀ ਕੋਲ ਵਾਪਸ ਗਿਆ, ਪ੍ਰਿੰਸੀਪਲ ਸੈਕਟਰੀ ਕੋਲ, ਫਿਰ ਸਾਡੇ ਸੈਕਟਰੀ ਕੋਲ ਆਇਆ, ਕਹਾ ਕੇ ਹਟੇ ਗਿਆਨੀ ਜੀ ਨੇ, ਫਿਰ ਪਾਤੀ ਇੱਕ ਲਾਈਨ, 2 ਮਹੀਨੇ ਬਾਅਦ ਸਿੱਟ ਲਿਆ ਬਰਨਾਲਾ। ਜਦ ਇਲੈਕਸ਼ਨ ਆ ਗਈ ਤਾਂ ਸਿੱਟ ਲਿਆ। ਪਹਿਲਾਂ ਰਾਸ਼ਟਰਪਤੀ ਦੇ ਗਲ 'ਚ ਗੂਠਾ ਦੇ ਕੇ ਕਹਾਇਆ ਕਿ ਇਹ ਚੰਗਾ ਬੰਦਾ। ਤੇ ਇਹ ਸੀ ਰਾਜਨੀਤੀਆਂ ਦਾ, ਜਿਹੜੀਆਂ ਦਿੱਲੀ ਬੈਠੀਆਂ ਪਾਰਟੀਆਂ ਉਹ ਇਕੱਲੀ ਇੱਕ ਸੂਬੇ ਦਾ ਥੋੜੀ ਸੋਚਦੀਆਂ। ਹੁਣ ਇੱਥੋਂ ਤੇ ਕਹਿੰਦੇ ਜੀ ਉਹ ਤੁਹਾਡੇ ਸਾਰੇ ਜਿੰਨੇ ਲਏ ਹੋਏ ਲੋਨ ਮਾਫ ਕਰ ਦੇਣਗੇ, ਕਰਜ਼ਾ ਸਾਰਾ ਮਾਫ ਹੋ ਜਾਊਗਾ। ਜੇ ਇੱਥੇ ਮਾਫ ਹੋ ਜਾਊਗਾ ਤਾਂ ਯੂਪੀ ਦਾ ਕਿਸਾਨ ਕੀ ਕਹੂਗਾ? ਹੈ ਯੂਪੀ ਉਹਨਾਂ ਲਈ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬ ਜ਼ਰੂਰੀ ਹੈ? ਉੱਤਰਾਖੰਡ ਦਾ ਕਿਸਾਨ ਕੀ ਕਹੂਗਾ? ਮਾਫ ਕਰਨਾ ਪੈਣਾ ਤੇ ਸਾਰੇ ਹਿੰਦੁਸਤਾਨ ਦਾ ਮਾਫ ਕਰਨਾ ਪੈਣਾ ਨਾ। ਉਦੋਂ ਤੁਹਾਨੂੰ ਯਾਦ ਹੋਣਾ ਨਿਤਿਸ਼ ਕੁਮਾਰ ਨੇ ਜ਼ੋਰ ਲਾ ਲਿਆ ਮੈਨੂੰ ਸਪੈਸ਼ਲ ਇੱਕ ਬਿਹਾਰ ਲਈ ਦੇ ਦਿਓ ਤੁਸੀਂ, ਇਲੈਕਸ਼ਨ ਤੋਂ ਪਹਿਲਾਂ ਨਹੀਂ ਦੇ ਸਕੇ ਕਿਉਂਕਿ ਪ੍ਰਧਾਨ ਮੰਤਰੀ ਨੂੰ ਸੋਚਣਾ ਪੈਂਦਾ ਜੇ ਮੈਂ ਇੱਕ ਸੂਬੇ ਲਈ ਕਰੂੰਗਾ ਤਾਂ ਸਾਰਿਆਂ ਲਈ ਕਰਨਾ ਪਊਗਾ। ਉਹਨੇ ਸਾਰਿਆਂ 'ਚ ਲੜਨੀ ਹੈ ਇਲੈਕਸ਼ਨ, ਕੋਈ ਇੱਕ 'ਚ ਥੋੜੀ ਲੜਨੀ ਹੈ। ਹਾਂ ਸੁਝਾਅ ਹੋ ਸਕਦੇ ਆ ਕਿ ਇੱਕ ਪੈਕੇਜ ਹੋ ਸਕਦਾ ਹੈ, ਤੁਸੀਂ ਰਿਲੀਫ ਮੰਗ ਸਕਦੇ ਹੋ ਕਿ ਕਮ ਸੇ ਕਮ ਸਾਡਾ ਸੂਦ ਮਾਫ ਕਰੋ, ਜਿਹੜੇ ਬਾਕੀ ਦਾ ਹੈ ਉਹਦਾ ਤਰੀਕਾ ਦੱਸੋ, ਕਿਸਾਨਾਂ ਦੀ ਆਮਦਨ ਅਸੀਂ ਕਿਵੇਂ ਵਧਾਈਏ, ਉਹ ਵੱਧਦੀ ਆਮਦਨ 'ਚੋਂ ਕਿਵੇਂ ਹੌਲੀ ਹੌਲੀ ਵਾਪਸ ਹੋ ਜਾਏ, ਤਾਂ ਹੀ ਤੁਸੀਂ ਇਹਦੇ ਤੇ ਸੂਦ ਨਾ ਲਾਈ ਜਾਓ। ਦੂਜੀ ਗੱਲ ਹੈ ਜਿਹੜੇ ਆ ਚੈੱਕ ਸਾਈਨ ਕਰਾਈ ਜਾਂਦੇ ਆ ਬਲੈਂਕ ਚੈੱਕ, ਇਹ ਆਰਬੀਆਈ ਦੀ ਬਿਲਕੁਲ ਜਿਹੜੀ ਪਾਲਿਸੀ ਹੈ ਉਹਦੇ ਖਿਲਾਫ ਹੈ। ਕਿਉਂ ਕਰਾ ਰਹੇ ਹੈ? ਕਿਉਂਕਿ ਜ਼ਮੀਨਾਂ ਤਾਂ ਇਹਨਾਂ ਨੇ ਰੱਖੀਆਂ ਹੀ ਹੋਈਆਂ ਉਹਨਾਂ ਦੀਆਂ, ਉਹਨਾਂ ਦੇ ਕਾਗਜ਼। ਉਹਨਾਂ ਨੂੰ ਇਹ ਹੈ ਕਿ ਜ਼ਮੀਨਾਂ ਨੂੰ ਕਾਬਜ਼ ਕਰਨਾ ਬੜਾ ਮੁਸ਼ਕਲ ਹੋ ਜਾਂਦਾ, ਰੌਲਾ ਪੈ ਜਾਂਦਾ ਪਿੰਡ 'ਚ। ਇਹਦੇ ਤੇ ਤੁਸੀਂ ਸਾਈਨ ਕਰਾ ਲਓ, ਬਾਉਂਸ ਚੈੱਕ ਦਾ ਕ੍ਰਿਮੀਨਲ ਕੇਸ ਬਣ ਜਾਂਦਾ, ਉਹਦੀ FIR ਕਰਾ ਦਿਓ ਜਾ ਕੇ। ਇਹ ਕਿਹਨੇ ਕੀਤਾ ਬਈ? ਆਥੋਰਾਈਜ਼। ਸੋ ਇਸ ਕਰਕੇ ਇਹੀਆਂ ਜਿਹੀਆਂ ਮੰਗਾਂ ਹੋ ਸਕਦੀਆਂ ਕਿ ਕੋਈ ਤੁਸੀਂ ਚੈੱਕ ਨਹੀਂ ਸਾਈਨ ਕਰਾਓਗੇ ਤੁਸੀਂ ਜਿਹੜੇ ਜ਼ਮੀਨ। ਅੱਛਾ ਫਿਰ ਗਲਤੀ ਬੈਂਕਾਂ ਦੀ ਹੈ, ਇਹਨਾਂ ਨੂੰ ਉੱਤੋਂ ਇਨਸਟਰਕਸ਼ਨ ਆਈਆਂ ਕਿ ਜੀ ਜ਼ਿਆਦਾ ਤੋਂ ਜ਼ਿਆਦਾ ਲੋਨ ਦਿਓ। ਹੁਣ ਜ਼ਮੀਨ ਦੀ ਕੀਮਤ 40 ਲੱਖ 30-35 ਲੱਖ ਰੁਪਏ ਕਿੱਲੇ ਤੋਂ ਘੱਟ ਕਿਧਰੇ ਵੀ ਨਹੀਂ ਹੋਣੀ। 2 ਕਿੱਲੇ ਜਿਹਦੇ ਕੋਲ ਹੈ ਉਹਨੇ ਕਿਹਾ ਜੀ 70 ਲੱਖ, 70 ਲੱਖ ਤੇ ਤੁਸੀਂ 10 ਲੱਖ ਲੋਨ ਦੇ ਦੋਗੇ, ਉਹ ਖਰਚ ਕਰ ਲੂਗਾ। ਤੁਸੀਂ ਉਹਦੀ ਆਮਦਨ ਦੇਖੋ ਕੀ ਹੈ, ਆਮਦਨ ਨਹੀਂ ਦੇਖੀ। ਉਹਨੇ ਕਿਹਾ ਜੀ ਸਾਡਾ ਤਾਂ ਠੀਕ ਹੈ, ਅਸੀਂ ਤਾਂ 70-80 ਲੱਖ ਦੀ ਜ਼ਮੀਨ ਕਾਬਜ਼ ਕੀਤੀ ਹੋਈ ਹੈ। ਤੁਸੀਂ ਕਹਿ ਰਹੇ ਹੋ ਵੀ ਜਿਹੜੇ ਸਾਰਾ ਕੁਝ ਹੈ ਇਹ ਰਿਊਮਰਸ ਇੱਕ ਤਰ੍ਹਾਂ ਤੋਂ ਫੈਲਾਏ ਗਏ ਸੀ, ਹਵਾ ਜੀ ਬਣਾਉਣ ਵਾਸਤੇ ਵੀ ਇਹੋ ਜੀ ਗੱਲਾਂ ਕਰ ਸਕਦੀ ਹੈ ਬੀਜੇਪੀ। ਵਾਟਰ ਟੈਸਟਿੰਗ ਜੋ ਵੀ ਹੈ, ਮੇਰਾ ਮਤਲਬ ਵੀ ਜੋ ਵੀ ਸੁਝਾਅ ਆਵੇ ਉਹ ਇਹੋ ਜਿਹਾ ਸੁਝਾਅ ਹੋਵੇ ਜਿਹੜਾ ਕੋਈ ਸੋਚ ਸਮਝ ਕੇ ਸੁਝਾਅ ਹੈ, ਜਿਹਦੇ ਤੋਂ ਤੁਸੀਂ ਬਾਅਦ 'ਚ ਫਿਰ ਬਦਲੋ ਨਾ, ਜਿਹਨੂੰ ਤੁਸੀਂ ਲਿਆ ਸਕੋ, ਜਿਹਦੇ ਨਾਲ ਤਬਦੀਲੀ ਲਿਆ ਸਕੋ। ਸੋ ਲੋਕ ਇਹ ਪਰਖਦੇ ਨੇ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ। ਤੁਹਾਡੀ ਪਾਰਟੀ ਦਾ ਨਾਮ ਕੀ ਹੋਊਗਾ? ਤੁਹਾਡੀ ਪਾਰਟੀ ਦੀ ਭੂਮਿਕਾ ਕੀ ਹੋਊਗੀ ਜੇ ਤੁਸੀਂ ਪਾਰਟੀ ਬਣਾਉਣ ਜਾ ਰਹੇ ਹੋ ਜਾਂ ਰਾਜਨੀਤੀ ਉਤਰ? ਹਾਂ ਦੇਖੋ ਹਲੇ ਜਦ ਤੱਕ ਨਹੀਂ ਆ ਜਾਂਦਾ ਨਹੀਂ ਦੱਸ ਸਕਦੇ, ਪਰ ਇਹਦੇ ਨਾਲ ਮਿਲਦਾ ਜੁਲਦਾ ਹੀ ਹੋਊਗਾ। ਜਿਵੇਂ ਮੰਚ ਦੇ ਨਾਲ ਹੈ, ਜਦ ਮੰਚ ਨੂੰ ਢਾਲ ਕੇ ਉਧਰ ਲਿਜਾ ਰਹੇ ਹਾਂ ਫਿਰ ਉਹਦੇ ਨਾਲ ਮਿਲਦਾ ਜੁਲਦਾ ਹੀ ਰੱਖਾਂਗੇ। ਹਾਂ ਜਦ ਆਏਗਾ ਤਾਂ ਫਿਰ ਦੱਸਾਂਗੇ। ਨੌਜਵਾਨਾਂ ਨੂੰ ਹੀ ਮੌਕਾ ਦਿੱਤਾ ਜਾਊ, ਕੁੜੀਆਂ ਮੁੰਡੇ ਇਹ ਤੇ ਸੂਝਵਾਨ ਮਿਕਸਚਰ ਹੋਊਗਾ। 100%
ਕਿ ਨੌਜਵਾਨ ਜਿਹੜੇ ਹੈਗੇ ਹੈ, ਜਿਹੜੀਆਂ ਲੜਕੀਆਂ ਕਈ ਇਹਦੇ ਚ ਉੱਭਰ ਕੇ ਆਈਆਂ ਜਿਹੜੀਆਂ ਅੰਦੋਲਨ ਕਰ ਰਹੀਆਂ ਨੇ ਨਸ਼ਿਆਂ ਦੇ ਅਗੇਂਸਟ, ਕਈ ਅੰਦੋਲਨ ਕਰ ਰਹੀਆਂ ਨੇ, ਸੁਸਾਈਡ ਹੋਏ ਆ ਉਹਨਾਂ ਦੇ ਘਰਾਂ ਦੇ ਵਿੱਚ ਆਹੀ ਕਰਜ਼ਿਆਂ ਕਰਕੇ। ਸੋ ਉਹ ਬੀਬੀਆਂ ਜਿਹੜੀਆਂ ਅੱਗੇ ਆਈਆਂ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਅੱਗੇ ਆਉਣ ਬੱਚੇ। ਅੱਛਾ ਪੜ੍ਹੇ ਲਿਖੇ ਨੇ, ਕਈ ਯੂਨੀਵਰਸਿਟੀਆਂ 'ਚ ਨੇ, ਕਈਆਂ ਨੂੰ ਇਹ ਹੈ ਕਿ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹ ਦੇਣ ਸੁਝਾਅ ਆ ਕੇ। ਜੇ ਤੁਹਾਡੇ 117 MLA ਨੇ, ਮੈਂ ਸਮਝਦਾ ਉਹਦੇ ਚੋਂ 25-30 ਤਾਂ ਜਨਾਨੀਆਂ ਤੇ ਬੀਬੀਆਂ ਹੋਣੀਆਂ ਚਾਹੀਦੀਆਂ, ਬਾਕੀ ਮੁੰਡੇ ਨੌਜਵਾਨ ਹੋਣੇ ਚਾਹੀਦੇ ਆ, 50 ਬੰਦੇ ਉਹ ਹੋਣੇ ਚਾਹੀਦੇ ਆ। ਅੱਛਾ ਇਹ ਪਾਰਟੀਆਂ ਉਧਰ ਜਾਣ ਨਾਲੋਂ ਇਹ ਹੈ ਕਿ ਜੀ ਦੇਖੋ ਬਰਾਤ ਜਿੱਥੇ ਖੜੀ ਹੈ, ਘੋੜਾ ਖੜਾ, ਛਾਲ ਮਾਰ ਕੇ ਚੜ ਜਾਓ ਉਹਦੀ ਖਾਠੀ ਤੇ। ਇਹ ਤਾਂ ਕੋਈ ਰਾਜਨੀਤੀ ਨਹੀਂ ਹੈ, ਇਹ ਤਾਂ ਧੋਖਾਬਾਜ਼ੀ ਹੈ ਉਹ ਪੂਰੇ ਅੰਦੋਲਨ ਦੇ ਨਾਲ। ਇਹੀ ਡਾਕਟਰ ਸਵਾਈਮਾਨ ਦਾ ਮੇਰੇ ਖਿਆਲ ਦੁੱਖ ਇਹੀ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਕੇਸੀ ਸਿੰਘ ਜੀ। ਤਾਂ ਇਹ ਸੀਗੇ ਸਾਬਕਾ ਰਾਜਦੂਤ ਕੇਸੀ ਸਿੰਘ, ਜਿਨ੍ਹਾਂ ਨੇ ਕਿਹਾ ਵੀ ਉਹ ਵੀ ਰਾਜਨੀਤੀ 'ਚ ਉਤਰ ਰਹੇ ਨੇ, ਆਪਦੀ ਪਾਰਟੀ ਤਿਆਰ ਕਰਨਗੇ, ਖਾਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਊ। ਨਾਲ ਦੀ ਨਾਲ ਉਹਨਾਂ ਨੇ ਇੱਕ ਰਾਏ ਵੀ ਰੱਖੀ ਹੈ, ਖਾਸ ਕਰਕੇ ਕਿਸਾਨਾਂ ਵਾਸਤੇ ਵੀ ਤੁਹਾਡੇ ਉੱਤੇ ਬਹੁਤ ਜ਼ਿਆਦਾ ਆਸ ਹੈ, ਉਮੀਦ ਹੈ ਜੇ ਤੁਸੀਂ ਇਕੱਲਿਆਂ ਚੱਲੋਗੇ ਪੰਜਾਬ 'ਚ ਖੇਤਰੀ ਪਾਰਟੀ ਬਣ ਕੇ, ਤੁਹਾਨੂੰ ਜ਼ਿਆਦਾ ਲਾਭ ਹੋਊਗਾ ਤੇ ਲੋਕ ਜ਼ਿਆਦਾ ਵੱਧ ਤੋਂ ਵੱਧ ਤੁਹਾਡੇ ਨਾਲ ਜੁੜਨਗੇ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।